ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਨਟ ਰਾਗ ਦੇ ਵਿੱਚ ਮਹੱਲੇ ਚੌਥੇ ਦੀ ਬਾਣੀ। ਨਟ ਨਾਰਾਇਣ ਮਹੱਲਾ ਚੌਥਾ। ਨਟ ਨਾਰਾਇਣ ਜਿਹੜਾ ਮਹੱਲੇ ਚੌਥੇ ਦੀ ਬਾਣੀ ਹੈ, ਨਟ ਨਾਰਾਇਣ ਰਾਗ ਦੇ ਵਿੱਚ ਪੜਤਾਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੰਨਾ ਗਿਆਨ ਹੈ ਸਾਰੇ ਗਿਆਨ ਦੀ ਪੜਤਾਲ ਹੋਰ ਤੱਤ ਸਾਰ ਦੀਆਂ ਗੱਲਾਂ ਹੁੰਦੀਆਂ ਨੇ, ਹੋਰ ਸੌਖਾ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇਹ ਜੋ ਗਿਆਨ ਹੈ ਸਰਲ ਤੇ ਸਰਲ ਤਰੀਕੇ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸਤਿਗੁਰ ਦੀ ਕਿਰਪਾ ਸਦਕਾ ਇਹ ਸਾਰਾ ਗਿਆਨ ਹੈ। ਮੇਰੇ ਮਨ ਸੇਵ ਸਫਲ ਹਰ ਕਾਲ। ਸਮਝਾਉਂਦੇ ਨੇ ਮਨ ਪ੍ਰਭੂ ਦੀ ਸੇਵਾ, ਉਹੀ ਸੇਵਾ ਸਫਲ ਹੈ, ਹਰੀ ਦੀ ਸੇਵਾ ਹੀ ਸਫਲ ਹੈ। ਇਹ ਕਾਲ ਸਾਡੀ ਸਫਲ ਹੈ, ਪਰ ਇਹ ਕਾਲਨਾ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਕੀਤੀ, ਉਹ ਸਾਨੂੰ ਸਮਝਾਉਂਦੇ ਨੇ ਵੀ ਮੇਰੇ ਮਨ ਨੇ ਸੇਵਾ ਕੀਤੀ, ਸਫਲ ਹੋਇਆ। ਹਰੀ ਦੀ ਸੇਵਾ ਕਰਕੇ ਮਨ ਦੀ ਕਾਲਨਾ ਹੋਈ, ਪਰ ਹੋਈ ਕਿਵੇਂ? ਲੈ ਗੁਰ ਪਗ ਰੇਨ ਰਵਾਲ। ਵੀ ਗੁਰ ਦਾ ਬਚਨ, ਗੁਰ ਦਾ ਬਚਨ ਲੈ ਕੇ ਮਨ ਨੇ ਉਸ ਦੀ ਰੇਣ ਹੋ ਗਿਆ, ਉਸ ਚਰਨਾਂ ਦੀ ਧੂੜੀ ਬਣ ਗਿਆ। ਉਹਨਾਂ ਬਚਨਾਂ ਨੂੰ ਮਨ ਨੇ ਕਮਾਇਆ। ਸਭ ਦਾਲਦ ਪੰਜ ਦੁੱਖ ਦਾਲ। ਉਹ ਜਿਹੜੇ ਗੁਰ ਦੇ ਬਚਨ ਲੈ ਕੇ ਉਹਨਾਂ ਨੂੰ ਜਦੋਂ ਕਮਾਇਆ ਤੇ ਮੇਰੇ ਮਨ ਦੇ ਜਿਹੜੇ ਦੁੱਖ ਸੀ, ਦਾਲਦ ਸੀ, ਪਾਪ ਸੀ, ਉਹਨਾਂ ਦਾ ਨਾਸ ਹੋ ਗਿਆ। ਸਭ ਦਾਲਦ ਪੰਜ ਦੁੱਖ ਦਾਲ। ਸਭ ਦੁੱਖ, ਸਭ ਜਿਹੜੇ ਦਾਲਦ, ਜਿਹੜੇ ਪਾਪ ਸੀ ਮਨ ਨੂੰ ਲੱਗੇ ਹੋਏ, ਦਲਿੱਦਰ ਮਨ ਸੀ ਜਿਹੜਾ, ਸਭ ਨਾਸ ਹੋ ਗਿਆ। ਮਨ ਨੂੰ ਲੱਗੇ ਪਾਪਾਂ ਦਾ ਨਾਸ ਹੋ ਗਿਆ। ਹਰ ਹੋ ਨਦਰ ਨਿਹਾਲ। ਫਿਰ ਕਹਿੰਦੇ ਹਰੀ ਪਰਮੇਸ਼ਰ ਦਾ ਗਿਆਨ ਹੋ ਗਿਆ, ਪ੍ਰਾਪਤ ਹੋ ਗਿਆ, ਦਰਸ਼ਨ ਕਰਕੇ ਨਿਹਾਲ ਹੋ ਗਿਆ। ਹਰ ਹੋ ਨਦਰ ਨਿਹਾਲ। ਹਰੀ ਦੇ ਦਰਸ਼ਨ ਕੀਤੇ, ਮਨ ਦੇ ਵਿੱਚ ਚਾਅ ਪੈਦਾ ਹੋਇਆ, ਖੁਸ਼ੀ ਪੈਦਾ ਹੋਈ, ਨਿਹਾਲ ਹੋ ਗਿਆ, ਨਦਰਾਂ ਦੇ ਨਾਲ ਨਿਹਾਲ। ਹਰ ਹੋ ਨਦਰ ਨਿਹਾਲ। ਇਹ ਰਹੋ ਪੰਕਤੀਆਂ, ਚਾਰ ਪੰਕਤੀਆਂ ਦੀ ਇਹ ਰਹੋ ਪੰਕਤੀਆਂ ਨੇ ਇੱਕ। ਆਓ ਅੱਗੇ ਫਿਰ ਆਪਾਂ ਹੋਰ ਸ਼ੁਰੂ ਕਰਦੇ ਹਾਂ ਸ਼ਬਦ। ਇਹੀ ਸ਼ਬਦ ਇਹ ਰਹੋ ਪੰਕਤੀਆਂ ਸੀ। ਅੱਗੇ ਸ਼ਬਦ ਹੈ ਹਰ ਕਾ ਗ੍ਰਹਿ ਹਰ ਆਪ ਸਵਾਰਿਓ। ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ। ਹਰੀ ਦਾ ਗ੍ਰਹਿ, ਹਰੀ ਦਾ ਘਰ। ਕਿਹੜਾ ਹਰੀ ਦਾ ਘਰ ਹੈ? ਜੋ ਸਾਡੇ 10ਵਾਂ ਦੁਆਰ ਹੈ, ਜਿਹਨੂੰ ਨਿਜ ਘਰ, ਨਿਜ ਮਹਿਲ ਕਹਿ ਦਿੱਤਾ, 10ਵਾਂ ਦੁਆਰ ਕਹਿ ਦਿੱਤਾ ਹੈ ਕਿ ਸਾਡੇ 10ਵੇਂ ਦੁਆਰ ਨੂੰ, ਸਾਡੇ ਨਿਜ ਮਹਿਲ ਨੂੰ ਪਰਮੇਸ਼ਰ ਨੇ ਆਪ ਸਵਾਰਿਆ। ਹਰ ਕਾ ਗ੍ਰਹਿ ਹਰ ਆਪ ਸਵਾਰਿਓ। ਹਰ ਰੰਗ ਰੰਗ ਮਹਿਲ। ਫਿਰ ਉਹ ਮਹਿਲ ਦੇ ਵਿੱਚ ਹਰੀ ਦਾ ਰੰਗ, ਕਿਉਂਕਿ ਹਰੀ ਪ੍ਰਗਟ ਹੋ ਗਿਆ, ਪ੍ਰਕਾਸ਼ ਪ੍ਰਗਟ ਹੋ ਗਿਆ। ਬੇਅੰਤ ਲਾਲ ਲਾਲ ਹਰ ਲਾਲ। ਕਹਿੰਦੇ ਉਹ ਬੇਅੰਤ ਹਰੀ ਪਰਮੇਸ਼ਰ ਪ੍ਰਗਟ ਹੋ ਗਿਆ ਸਾਡੇ ਹਿਰਦੇ ਦੇ ਵਿੱਚ, 10ਵੇਂ ਦੁਆਰ ਦੇ ਵਿੱਚ।
ਤੇ ਕਿਹੋ ਜਿਹਾ ਹੈ? ਬੇਅੰਤ ਹੈ, ਹੀਰੇ ਦੀ ਤਰ੍ਹਾਂ ਚਮਕ ਹੈ। ਲਾਲ ਲਾਲ ਹਰ, ਲਾਲਾਂ ਦੀ ਨਿਆਈ ਹੈ। ਲਾਲ ਕੋਈ ਰੰਗ ਨਹੀਂ ਇਹ ਤੇ ਲਾਲਾਂ ਵਰਗਾ, ਹੀਰੇ ਵਰਗਾ ਇੱਦਾਂ ਦੀ ਚਮਕ ਸਾਨੂੰ ਪ੍ਰਗਟ ਹੋ ਗਈ, ਮੈਨੂੰ ਪ੍ਰਗਟ ਹੋ ਗਈ। ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ। ਕਹਿੰਦੇ ਹਰੀ ਨੇ, ਪਰਮੇਸ਼ਰ ਨੇ ਆਪ ਕਿਰਪਾ ਕੀਤੀ, ਆਪ ਮੇਰੇ ਗ੍ਰਹਿ ਦੇ ਵਿੱਚ ਆਪ ਆ ਕੇ ਪ੍ਰਗਟ ਹੋਇਆ। ਹਮ ਹਰ ਕੀ ਗੁਰ ਕੀ ਹੈ ਬਸੀਠੀ, ਹਰ ਹਰ ਦੇਖੇ ਭਈ ਨਿਹਾਲ ਨਿਹਾਲ ਨਿਹਾਲ। ਪਰ ਕਹਿੰਦੇ ਅਸੀਂ ਕੀ ਕੀਤਾ? ਕਿਉਂ ਆ ਕੇ ਸਾਡੇ ਘਰ ਦੇ ਵਿੱਚ ਪ੍ਰਗਟ ਹੋਇਆ, ਆ ਵਸਿਆ? ਅਸੀਂ ਗੁਰ ਦੀ ਸੇਵਾ ਕੀਤੀ, ਗੁਰ ਦੇ ਬਚਨ ਨੂੰ ਕਮਾਇਆ। ਤੇ ਜਦੋਂ ਗੁਰ ਦੇ ਬਚਨ ਨੂੰ ਕਮਾਇਆ ਤੇ ਖੁਸ਼ ਹੋ ਕੇ ਆਪ ਸਾਡੇ ਹਿਰਦੇ 'ਚ ਪ੍ਰਗਟ ਹੋ ਗਿਆ। ਤੇ ਅਸੀਂ ਦੇਖ ਦੇਖ ਕੇ ਉਸਨੂੰ, ਉਸ ਦੇ ਦਰਸ਼ਨ ਕਰ ਕਰਕੇ ਮੈਂ ਨਿਹਾਲ ਹੋ ਗਈ। ਹਮ ਹਰ ਦੇਖੇ ਭਈ ਨਿਹਾਲ ਨਿਹਾਲ, ਦਰਸ਼ਨ ਕਰਕੇ ਉਸਦੇ ਨਿਹਾਲ ਨਿਹਾਲ ਭਾਵ ਆਨੰਦ ਪ੍ਰਾਪਤ ਹੋ ਗਿਆ। 3 ਵਾਰ ਨਿਹਾਲ ਨਿਹਾਲ ਕਿ ਮੈਂ ਇੰਨੇ ਆਨੰਦ ਨੂੰ ਪ੍ਰਾਪਤ ਕੀਤਾ ਪ੍ਰਭੂ ਦੇ ਦਰਸ਼ਨ ਕਰਕੇ ਕਿ ਨਿਹਾਲ ਹੋ ਗਈ। ਹਰ ਆਵਤੇ ਕੀ ਖਬਰ ਗੁਰ ਪਾਈ, ਮਨ ਤਨ ਆਨੰਦੋ ਆਨੰਦ ਪਏ। ਹਰ ਆਪ ਤੇ ਸੁਣੇ ਮੇਰੇ ਲਾਲ ਹਰ ਲਾਲ। ਕਹਿੰਦੇ ਹਰੀ ਦੇ ਆਉਣ ਦਾ ਭਾਵ, ਹਰੀ ਦਾ ਗਿਆਨ, ਹਰੀ ਦੇ ਪ੍ਰਗਟ ਹੋਣ ਦਾ ਤਰੀਕਾ, ਹਰੀ ਦੀ ਪਹਿਚਾਣ ਗੁਰ ਨੇ ਮੈਨੂੰ ਕਰਵਾ ਦਿੱਤੀ। ਉਸ ਨੇ ਮੈਨੂੰ ਖਬਰ ਦਿੱਤੀ ਕਿ ਕਿਵੇਂ ਆਏਗਾ, ਕਿਹੋ ਜਿਹਾ ਹੈ, ਕਿਵੇਂ ਤੈਨੂੰ ਅਨੁਭਵ ਹੋਏਗਾ। ਕਹਿੰਦੇ ਉਹ ਫਿਰ ਖਬਰ ਕਿਸ ਨੇ ਦਿੱਤੀ? ਗੁਰ ਨੇ। ਗੁਰ ਦਾ ਗਿਆਨ ਲੈ ਕੇ ਫਿਰ ਉਹ ਜਦੋਂ ਕਮਾਇਆ ਤੇ ਫਿਰ ਕੀ ਹੋਇਆ? ਮਨ ਤਨ ਆਨੰਦੋ ਆਨੰਦ ਪਏ। ਕਹਿੰਦੇ ਮਨ ਵੀ ਤਨ ਵੀ ਆਨੰਦ ਪ੍ਰਾਪਤ ਹੋ ਗਿਆ, ਆਨੰਦ ਦੇ ਵਿੱਚ ਆ ਗਏ। ਹਰ ਆਪ ਤੇ ਸੁਣੇ ਮੇਰੇ ਲਾਲ ਹਰ ਲਾਲ। ਕਹਿੰਦੇ ਜਦੋਂ ਮੈਂ ਸੁਣਿਆ, ਹਰੀ ਦੇ ਆਵਣ ਦਾ ਗਿਆਨ ਸੁਣਿਆ, ਸੁਣ ਕੇ ਗੁਰ ਦੀ ਵਸੀਠੀ ਕੀਤੀ ਤੇ ਫਿਰ ਉਸ ਦੇ ਆਉਣ ਦਾ ਸੁਣ ਕੇ ਫਿਰ ਮਨ ਨਿਹਾਲ ਹੋ ਗਿਆ। ਕਿਸ ਨੂੰ ਦੇਖ ਕੇ? ਉਸ ਪਰਮੇਸ਼ਰ ਨੂੰ, ਹਰੀ ਨੂੰ, ਲਾਲ ਨੂੰ, ਜੋ ਲਾਲ ਹੈ, ਹੀਰਾ ਹੈ, ਹੀਰੇ ਜੈਸਾ ਹੈ, ਜਿਸ ਨੂੰ ਕਦੇ ਵੀ ਮੈਲ ਨਹੀਂ ਲੱਗਦੀ, ਜੋ ਕਦੇ ਪੁਰਾਣਾ ਨਹੀਂ ਹੁੰਦਾ, ਜੋ ਸਦਾ ਇੱਕ ਹੀ ਅਵਸਥਾ ਦੇ ਵਿੱਚ ਹੈ, ਯੁਗਾਂ ਤੋਂ ਹੈ। ਅੱਜ ਵੀ ਉਹ ਜਿਹਾ ਹੈ, ਆਦਿ ਦੇ ਵਿੱਚ ਵੀ ਸੱਚ ਸੀ, ਯੁਗਾਂ ਦੇ ਵਿੱਚ ਸੱਚ, ਅੱਜ ਵੀ ਸੱਚ ਮੌਜੂਦ ਹੈ, ਅੱਗੇ ਵੀ ਸਦਾ ਰਹਿਣ ਵਾਲਾ ਹੈ। ਜਨ ਨਾਨਕ ਹਰ ਹਰ ਮਿਲੇ ਭਏ ਗਲਤਾਨ, ਹਾਲ ਨਿਹਾਲ ਨਿਹਾਲ। ਤੇ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਜਨ ਨਾਨਕ ਹਰ ਹਰ ਮਿਲੇ, ਹਰੀ ਦੇ ਜਨ ਹਰੀ ਨੂੰ ਮਿਲੇ ਤੇ ਕੀ ਹੋਇਆ? ਭਏ ਗੁਲਤਾਨ, ਆਨੰਦ ਦੇ ਵਿੱਚ ਮਸਤ ਹੋ ਗਏ, ਗੁਲਤਾਨ ਹੋ ਗਏ। ਜਿੱਪੇ ਆਪ ਕਹਿ ਦਿੰਦੇ ਕੋਈ ਬੰਦਾ ਨਸ਼ਾ ਜ਼ਿਆਦਾ ਪੀ ਲੈਂਦਾ, ਆਪਾਂ ਕਹਿੰਦੇ ਨਸ਼ੇ 'ਚ ਗੁਲਤਾਨ ਹੈ। ਇੱਦਾਂ ਹੀ ਪ੍ਰਭੂ ਦੇ ਆਨੰਦ ਦੇ ਵਿੱਚ ਮਨ ਗੁਲਤਾਨ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਨਿਹਾਲ। ਸੋ ਇਸ ਤਰੀਕੇ ਨਾਲ ਸਾਨੂੰ ਬੜਾ ਤੱਤ ਦਾ ਗਿਆਨ ਸਮਝਾਇਆ ਹੈ। ਪ੍ਰਭੂ ਨੂੰ ਦਰਸ਼ਨ ਕਰਕੇ ਨਿਹਾਲ ਹੋਣ ਦਾ ਪੜਤਾਲ ਦਾ ਮਤਲਬ ਇਹ ਹੁੰਦਾ ਹੈ ਕਿ ਬਹੁਤ ਪੜਤਾਲ, ਜਿੰਨਾ ਆਪਾਂ ਬਾਣੀ ਨੂੰ ਵਿਚਾਰਦੇ ਹਾਂ ਉਹਨਾਂ ਦਾ ਤੱਤ ਨਿਚੋੜ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਬਹੁਤ ਸਾਰਾ ਗਿਆਨ ਹੈ। ਸੋ ਅੱਗੇ ਸ਼ਬਦ ਫਿਰ ਨਟ ਮਹੱਲਾ ਚੌਥਾ, ਨਟ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਇਹ ਪੜਤਾਲ ਦੇ ਸ਼ਬਦ ਹੀ ਹਨ। ਰਹੋ ਪੰਕਤੀਆਂ ਨੇ, 4 ਪੰਕਤੀਆਂ ਰਹੋ ਦੀਆਂ ਨੇ। ਮਨ ਮਿਲ ਸੰਤ ਸੰਗਤ ਸੁਭਵੰਤੀ। ਮਨ ਮਿਲਿਆ ਕਿੱਥੇ? ਸੱਚੀ ਸੰਗਤ ਦੇ ਵਿੱਚ। ਸ਼ੁਭਵੰਤੀ, ਸ਼ੁਭਵੰਤੀ ਜਿਹਨੂੰ ਕਹਿ ਦਿੱਤੇ ਸ਼ੁਭਵੰਤੀ, ਉਹ ਜਨਾਂ ਦੀ ਸੰਗਤ ਪ੍ਰਾਪਤ ਹੋਈ ਜਿਹੜੇ ਪ੍ਰਭੂ ਦੇ ਪਿਆਰੇ ਨੇ, ਜਿਹੜੇ ਪ੍ਰਭੂ ਨੂੰ ਪਾਉਂਦੇ ਨੇ, ਜਿਨ੍ਹਾਂ ਨੂੰ ਸ਼ੁਭਵੰਤੀ, ਗੁਣਵੰਤੀ ਕਹਿ ਦਿੱਤਾ ਹੈ।
रूपवंती कह देता है, सतवंती कह देता है, बहुत सारे नाम देते हुए ने गुरबाणी दे विच। शोभावंती कह देता है कि ऐसे जਨਾਂ ਦੀ ऐसे संतां ਦੀ संगत प्राप्त होई, मिले जाके ते मिल के सुन अकथ कथा सुखवंती। उत्थों फिर कथा केड़ी? अकथ कथा, सुख देण वाली कथा, जिहदे नाल मन नूं सुख प्राप्त हो गया। सब किल विक पाप लहंती। ऐसी कथा सुनी कहंदे अकथ कथा सारे पापां दी मैल उतार देंदी। सब किल विक पाप लहंती, हर हो लिखता लेखंती। हुण ये कदों लिखी जाती है कथ कथा? आ परमेश्वर जदों मन च वस जाता, हिरदे च वस जाता है, आप ही अपनी कथा लिखाउंदा है। आप हरि अपना रूप बना के अपने जीव के कोलों आप एक कथा लिखाउंदा है। हर हो लिखता लिखंती। चार पंक्तियां रहोतियां ने। और उस तो अगे शुरू करते हैं। हर कीरत कल युग विच उत्तम, मत गुरमत कथा भजंती। एक कलयुग दे विच हरि दी कीर्ति, हरि दी सिफ सलाह की है सब तो उत्तम जिहड़ी है मत गुरमत, भाव गुर दी मत। ज्ञान गुर दा ज्ञान, गुर दी मत लैनी, ज्ञान दा सुरमा नेत्रां च पाउणा, कथ नूं कथन दा तरीका जिहड़ा सिखना है गुरमत है, गुर दी मत है, जुगत है। मत गुरमत कथा भजंती। कहंदे ये कथा नूं भजंती भी भजिया, इस कथा दा ज्ञान लिया, यही कलयुग दे विच उत्तम कथा है। सब ते उत्तम हर की कथा, नाम सुनत दर्द दुख लथा। जिन जन सुनी मन्नी है जिन जन, तिस जन के हों कुर्बानती। हुण सतगुरु समझाउंदे ने भी जिन्हां जनां ने इस कथा नूं सुनिया, किन्हां तो? शोभावंती तो। गुर दा ज्ञान जिन्हां ने सुनिया, कथ नूं कथन दा जिहड़ा ज्ञान सुनिया, फिर जिन्हां ने मन्नी, जिन्हां सुन के मन्नी। सुननी ते सुन के मन्नण दे विच भी बहुत बड़ा अंतर है। क्योंकि सिर्फ सुन लेनी, मननी ना, ते ज्ञान तो हो गया लेकिन प्रकाश नहीं होएगा। ज्ञान तो हो जाएगा, वो आनंद नहीं प्राप्त होएगा, वो निहाल नहीं हो सकेगा। निहाल कदों होएगा? जदों सुनेगा, मन्नेगा, फिर भाव करेगा। इस करके जिन्हां ने सुन के मन्नी ते समझाउंदे कि असीं उन्हां तो कुर्बान जांदे हाँ, उन्हां तो कुर्बान हाँ। हर अकथ कथा का जिन रस चाख्या, तिस जन सब भूख लहंती। फिर कहते जिन्हां ने हरि दी कथा दा, अकथ कथा दे रस नूं चख लिया, जिन्हां सुन के मन के कमा लिया, उस रस नूं मान लिया, चख लिया, तिस जन सब भूख लहंती। कहते उस जन की सारी भुख ही खत्म हो जाती है। क्योंकि कथ कथा ऐसी है जिन्हां ने सुनी मन्नी, मन के कमा लई, ते फिर उन्हां दे मन तृप्त हो जाता, मन की भुखा खत्म हो जांदियां ने। नानक जन हर कथा सुन तृप्ते, जप हर 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 होवंती। ते समझाउंदे ने कि ऐसे जनां दी कथा सुन के मन तृप्त हो गया। कैसे जनां दी? जप हर 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 होवंती। कहंदे जदों हरि दा रूप हो के ही हरि ने अपना रूप बना के अपने जनां तो अपनी कथा दा ज्ञान करवाया, तो वो कथा सुन के मन तृप्त हो गया। क्योंकि तृप्त तां ही होएगा जे मन नूं आनंद प्राप्त हो जाएगा, जे मन नूं नाम दी प्राप्ति हो जाएगी। तो जिन्हां ने आप तृप्त होए, उन्हां फिर सानू दस्या भी यह तरीका है, यह जुगत है, यह ज्ञान है नेत्रां च पाउण दा, जिहदे नाल आपां
ਆਪਣੇ ਮਨ ਨੂੰ ਸਵਾਰ ਸਕਦੇ ਹਾਂ, ਮਨ ਦੇ ਪਾਪਾਂ ਦੀ ਮੈਲ ਕੱਢ ਸਕਦੇ ਹਾਂ, ਮਨ ਨੂੰ ਨਿਰਮਲ ਕਰ ਸਕਦੇ ਹਾਂ, ਮਨ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰ ਸਕਦੇ ਹਾਂ, ਤੇ ਫਿਰ ਪਰਮੇਸ਼ਰ ਦੇ ਵਿੱਚ ਸਮਾ ਸਕਦੇ ਹਾਂ। ਇਹ ਦਾ ਸਾਰਾ ਹੀ ਦੁੱਤਤ ਗਿਆਨ ਹੈ, ਸਾਨੂੰ ਸਮਝਾਇਆ ਹੈ। ਅੱਗੇ ਫਿਰ ਨਟ ਮਹੱਲਾ ਚੌਥਾ। ਨਟ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਸ਼ਬਦ ਹੈ। ਇਹ ਪੜਤਾਲ ਹੀ ਚੱਲਦੀ ਹੈ ਸਾਰੀ। ਕੋਈ ਆਨ ਸੁਣਾਵੇ ਹਰ ਕੀ ਹਰ ਗੱਲ। ਕਹਿੰਦੇ ਕੋਈ ਆ ਕੇ ਹਰੀ ਦੀ ਕੋਈ ਗੱਲ ਸੁਣਾਵੇ, ਪਰਮੇਸ਼ਰ ਦੀ ਗੱਲ ਸੁਣਾਵੇ। ਕਿਉਂਕਿ ਆਪਾਂ ਦੇਖਦੇ ਹਾਂ ਕਥਾ ਕਹਾਣੀਆਂ ਬਹੁਤ ਹੁੰਦੀਆਂ ਨੇ, ਪਰ ਕਿਸ ਦੀਆਂ ਹੁੰਦੀਆਂ ਨੇ? ਆਕਾਰਾਂ ਦੀਆਂ, ਸਰੀਰਾਂ ਦੀਆਂ, ਨਿਰੰਕਾਰ ਦੀ ਨਹੀਂ। ਅਸੀਂ ਉਸੇ ਨੂੰ ਸਮਝ ਲੈਂਦੇ ਵੀ ਇਹ ਸਾਨੂੰ ਕੋਈ ਹਰੀ ਦੀਆਂ ਗੱਲਾਂ ਸੁਣਾਉਂਦਾ, ਪਰਮੇਸ਼ਰ ਦੀਆਂ ਗੱਲਾਂ ਸੁਣਾਉਂਦਾ, ਜਦ ਕਿ ਉਹ ਗੱਲਾਂ ਕਿਸ ਦੀਆਂ ਹੁੰਦੀਆਂ? ਮਾਇਆ ਦੀਆਂ। ਕਿਉਂਕਿ ਸਰੀਰਾਂ ਦੀਆਂ ਗੱਲਾਂ, ਸਰੀਰ ਮਾਇਆ ਹੈ ਸਭ ਦਾ। ਇਹ ਸਰੀਰ ਸਭ ਮੂਲ ਹੈ ਮਾਇਆ। ਪਰ ਇੱਥੇ ਸਮਝਾਉਂਦੇ ਨੇ ਕੋਈ ਹਰੀ ਦੀ ਗੱਲ ਸੁਣਾਵੇ, ਪਰਮੇਸ਼ਰ ਦੀ ਗੱਲ ਸੁਣਾਵੇ। ਕੋਈ ਆਨ ਸੁਣਾਵੇ ਹਰ ਕੀ ਹਰ ਗੱਲ। ਕੋਈ ਉਹਦੀ ਬਾਤ ਸੁਣਾਵੇ, ਕੋਈ ਉਹਦੀ ਗੱਲ ਸੁਣਾਵੇ। ਤਿਸ ਕੋ ਹੋ ਬਲ ਬਲ ਬਲ। ਕਹਿੰਦੇ ਮੈਂ ਤਾਂ ਉਸਨੂੰ ਬਲਿਹਾਰੇ ਜਾਂਦੀ, ਬਾਰ ਬਾਰ ਉਸ ਤੋਂ ਬਲਿਹਾਰੇ ਜਾਂਦੇ ਹਾਂ, ਜਾਂਦਾ ਹਾਂ ਜਾਂ ਜਾਂਦੇ ਹਾਂ। ਜੇ ਕੋਈ ਮੈਨੂੰ ਆ ਕੇ ਹਰੀ ਦੀ ਗੱਲ ਸੁਣਾਵੇ। ਸੋ ਹਰ ਜਨ ਹੈ ਪਲ ਪਲ। ਕਹਿੰਦੇ ਉਹ ਹਰੀ ਦਾ ਜਨ ਹੈ, ਉਹ ਭਲਾ ਜਨ ਹੈ ਜੋ ਹਰੀ ਦੀ ਕਥਾ ਸੁਣਾਉਂਦਾ, ਹਰੀ ਦੀ ਗੱਲ ਸੁਣਾਉਂਦਾ ਹੈ। ਐਸੇ ਜਨਾਂ ਨੂੰ, ਭਲੇ ਜਨਾਂ ਨੂੰ ਪਾਲੀਏ। ਜੋ ਉਸ ਦੀ ਗੱਲ ਸੁਣਾਵੇ ਉਸਨੂੰ ਪਾਲਣਾ ਹੈ, ਉਸਨੂੰ ਖੋਜਣਾ ਹੈ, ਲੱਭਣਾ ਹੈ ਕਿ ਕੋਈ ਐਸਾ ਮਿਲ ਜਾਵੇ ਜਿਹੜਾ ਹਰੀ ਪ੍ਰੀਤਮ ਦੀ ਕੋਈ ਗੱਲ ਸੁਣਾਵੇ। मेरे हर प्रीतम की कोई बात सुनावे, सो पाई सो मेरा पीर। हर हो मेल निहाल। कहते ऐसे जन आप ही हरी फिर कृपा करदा, ऐसे जन द्वारा आप ही मेल मिला लेंदा है। पर ऐसे जन जिहड़े हरी दा ज्ञान देंदे ने ਉਹ ਭਲੇ ਨੇ। ਐਸੇ ਨੂੰ ਲੱਭੀਏ, ਜਦੋਂ ਮਿਲ ਲਾਂਗੇ, ਗਿਆਨ ਲੈ ਲਾਂਗੇ, ਤੇ ਫਿਰ ਆਪ ਹੀ, ਕਿਉਂਕਿ ਆਪ ਹੀ ਗਿਆਨ ਦੇਣ ਵਾਲਾ ਹੈ, ਆਪ ਹੀ ਪ੍ਰਾਪਤ ਕਰਨ ਵਾਲਾ ਹੁੰਦਾ ਹੈ, ਕਿਰਪਾ ਕਰਦਾ ਹੈ। ਫਿਰ ਹੀ ਅਸੀਂ ਮਿਲਾਪ ਹੁੰਦਾ ਹੈ, ਨਿਹਾਲ ਹੋ ਜਾਂਦੇ ਹਾਂ। ਇਹੋ ਪੰਕਤੀਆਂ ਨੇ। ਹਰ ਕਾ ਮਾਰਗ ਗੁਰ ਸੰਤ ਬਤਾਇਓ, ਗੁਰ ਚਾਲ ਦਿਖਾਈ ਹਰ ਚਾਲ। ਕਹਿੰਦੇ ਹਰੀ ਦਾ ਮਾਰਗ ਜਿਹੜਾ ਪਰਮੇਸ਼ਰ ਦਾ ਮਾਰਗ ਕੀ ਹੈ? ਗੁਰ, ਜੁਗਤ। ਕੌਣ ਬਤਾਉਂਦਾ ਹੈ, ਕੌਣ ਦੱਸਦਾ ਹੈ? ਸੰਤ। ਗੁਰ ਚਾਲ ਚਲਾਈ। ਉਹ ਗੁਰ ਦਾ ਗਿਆਨ ਦੇ ਕੇ ਚਾਲ ਚਲਾਉਂਦਾ ਹੈ, ਮਨ ਨੂੰ ਚੱਲਣਾ ਸਿਖਾਉਂਦਾ। ਜਿਵੇਂ ਤਨ ਦਾ ਚੱਲਣਾ ਆਪਾਂ ਸਿਖਾਉਂਦੇ ਹਾਂ, ਇੱਥੇ ਮਨ ਦਾ ਚੱਲਣਾ ਸਿਖਾਇਆ ਜਾਂਦਾ ਕਿ ਮਨ ਕਿੱਥੇ ਹੈ, ਮਨ ਨੇ ਕਿਸ ਮਾਰਗ ਤੇ ਚੱਲਣਾ ਹੈ। ਉਹ ਚਾਲ ਸਿਖਾਉਂਦਾ ਹੈ। ਗੁਰ ਚਾਲ ਦਿਖਾਈ ਹਰ ਚਾਲ। ਵੀ ਹਰੀ ਦੀ ਚਾਲ ਕੀ ਹੈ, ਕਿਵੇਂ ਹਰੀ ਤੱਕ ਜਾਣ ਦਾ ਰਸਤਾ ਹੈ। ਗੁਰ ਫਿਰ ਉਹ ਜੁਗਤੀ ਦੱਸਦਾ, ਚੱਲਣ ਦਾ ਮਾਰਗ ਦੱਸਦਾ ਹੈ। ਕਹਿੰਦੇ ਉਹ ਸਾਨੂੰ ਚਾਲ ਦਿਖਾਈ ਗੁਰ ਨੇ। ਗੁਰ ਕੌਣ ਹੈ? ਸੰਤ ਨੇ ਗੁਰ ਦਿੱਤਾ। ਪਰ ਗੁਰ ਦਿੱਤਾ ਕਿਹੜਾ? ਕਿ ਕਿਵੇਂ ਆਪਾਂ ਚੱਲ ਕੇ ਪਰਮੇਸ਼ਰ ਨੂੰ ਮਿਲਣਾ ਹੈ, ਕਿਵੇਂ ਆਪਾਂ ਆਪਣੇ ਇਹ 9 ਦਰਾਂ ਤੋਂ 10ਵੇਂ ਦੁਆਰ 'ਚ ਪ੍ਰਵੇਸ਼ ਹੋਣਾ ਹੈ, ਕਿਵੇਂ ਅੱਗੇ ਚੱਲ ਕੇ ਪਰਮੇਸ਼ਰ ਦੇ ਦਰਸ਼ਨ ਕਰਨੇ ਹਨ। ਇਹ ਚਾਲ ਮਨ ਦੀ ਚਾਲ ਹੈ, ਭਗਤਾਂ ਦੀ ਚਾਲ ਹੈ। ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਹਕਪਟ ਕਮਾਵੋ ਹਰ ਕੀ ਹਰ ਕਾਲ। ਨਿਹਾਲ ਨਿਹਾਲ ਨਿਹਾਲ। ਤੇ ਫਿਰ ਜਿਹਨਾਂ ਸਿੱਖਾਂ ਨੇ ਗਿਆਨ ਲੈ ਲਿਆ,
ਜਾਂ ਗੁਰਸਿੱਖਾਂ ਨੂੰ। ਤੇ ਮਹਾਰਾਜ ਸਮਝਾਉਂਦੇ ਨੇ ਕਿ ਕਪਟ ਨਾ ਰੱਖੋ ਮਨ ਦੇ ਵਿੱਚ, ਆਪਣੇ ਅੰਦਰੋਂ ਕਪਟ ਕੱਢ ਦੇਵੋ, ਕਪਟ ਚੁਕਾ ਦਿਓ, ਨਿਸ਼ਕਪਟ ਕਮਾਵੋ। ਨਿਸ਼ਕਪਟ ਹੋ ਕੇ ਕੋਈ ਵੀ ਇੱਛਾ ਨਾ ਰੱਖ ਕੇ ਕਮਾਓ, ਕੋਈ ਕਿਸੇ ਨਾਲ ਕਪਟ ਦੀ ਇੱਛਾ ਨਾ ਹੋਵੇ, ਫਿਰ ਕਮਾਵੋ। ਨਿਸ਼ਕਪਟ ਕਮਾਵੋ ਹਰ ਕੀ ਹਰ ਕਾਲ। ਕਹਿੰਦੇ ਹਰੀ ਦੀ ਫਿਰ ਅਸਲੀ ਕਾਲ ਇਹੀ ਹੈ। ਜੇ ਕੋਈ ਮਨ 'ਚ ਇੱਛਾ ਰੱਖ ਕੇ ਕਰਦੇ ਹਾਂ, ਕੋਈ ਕਪਟ ਹੈ ਮਨ ਦੇ ਵਿੱਚ, ਫਿਰ ਉਹ ਕਾਲ ਨਾ ਥਾਏ ਨਹੀਂ ਪੈਂਦੀ। ਇਸ ਕਰਕੇ ਨਿਸ਼ਕਪਟ ਹੋ ਕੇ ਕਮਾਉਂਗੇ ਫਿਰ ਕੀ ਹੋਏਗਾ? ਨਿਹਾਲ ਨਿਹਾਲ ਨਿਹਾਲ। ਫਿਰ ਨਿਹਾਲ ਹੋ ਜਾएंगे। दर्शन करके मन निहाल हो जाएगा। दर्शन किसने करने ने? मन ने। एक दृष्ट हो के वो नेत्र ने जदों दोनों नेत्र एक दृष्ट हो जाते हाँ, फिर साडे कोल दो तरह के नेत्र हो जाते हैं। एक नेत्र ने जिहड़े संसार नूं देखते हैं, ते ये नेत्र जदों एक दृष्ट हो के देखते हैं तो फिर निरंकार नूं देखते हैं। फिर निरंकार दे विच असीं संसार नूं देखते हाँ, क्योंकि वही परमेश्वर जो हर थां है प्रगट हो जाता है। वो प्रकाश, वो लालां दी न्याई, वो चमक सानू अनुभव होनी शुरू हो जाती है। ते गुर के सिख मेरे हर प्रभ पाए, जिन्ना हर प्रभ जान्यो मेरा नाल। कहते गुर दे सिख केड़े पाए हरि नूं, परमेश्वर नूं? ओ प्रभु, ओ गुर दे सिख पाए जिन्हां ने प्रभु नूं नाल देखिया, नेड़े देखिया, कि वो तो सदा ही नाल वसदा है। जिन्हां दा मन फिर हरि दे नाल जुड़ गया, उसनूं नेड़े पहचान लिया, हजूर देख लिया। ए मन मेरे आ तू सदा रहो हर नाले। वो परमेश्वर नूं पाउंदे ने। ਜਿਹੜੇ दूर समझते ने वो परमेश्वर नूं नहीं पाउंदे, ਜਾਂ ਕਿਹੜੇ समझते ने कि रब तां किसी स्थान ते है, वो परमेश्वर नूं नहीं। ਜਿਹੜੇ सदा उसनूं निकट जाणदे ने ਉਹੀ उसनूं पाउंदे ने। सदा निकट निकट हर जान, सो दास दरगाह परवान। अपने दास को आप कृपा करे, तिस दास को सब सोजी परे। क्योंकि नेड़े है, सब तो नेड़े है। जिन्हां ने उसनूं नेड़े जान लिया, सदा अंग संग है, उन्हां ते फिर परमेश्वर खुश होंदा है, प्रभु खुश होंदा है। वो प्रभु नूं पा जाते हैं। जन नानक को मत हर प्रभ दीनी, हर देख निकट हदूर। निहाल 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 निहाल। ते सतगुरु समझाउंदे ने कि फिर जन नानक को गुर ए मत दीनी। की गुर दी मत दीती? कि परमेश्वर नूं सदा निकट देख, हर देख निकट हदूर, सदा हजूर नेड़े देख उसनूं। हर संतो देखो नदर कर, निकट बसै भरपूर। गुरमत जिन्नी पछाणिया, से देखे सदा हजूर। जहरा जहूर है, हाजर हजूर है। गुर मेरा संग सदा है नाले, सदा अंग संगे अपंगं बेपूते। जिन्हां ने उसनूं फिर नेड़े देख लिया, पर देखिया किवें? गुर दी मत लैके। क्योंकि गुर दी मत की दिती? कि सदा उस परमेश्वर नूं नेड़े देख। पूरे गुर का सुन उपदेश, पार ब्रह्म निकट कर पेख। कहते फिर देख निहाल हो। निहाल 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 निहाल, 4 बार निहाल। इस तो ऊपर कि सदा ही निहाल। जिधर देखा, सज्जे खब्बे अगे पिछे, जिधर भी देखा, 4 दिशावां 10 दिशावां, जिथे भी वो प्रगट हो जाता है। फिर निहाल ही है। इस करके सानू समझाया है। तत्त दियां गल्लां ने सुन के मन के देखना हुंदा है कि
ਕੀ ਸਾਨੂੰ ਜੀਵ ਗਿਆਨ ਦਿੰਦਾ ਹੈ। ਕਿਉਂਕਿ ਜੇ ਦੇਖਿਆ ਹੋਏਗਾ, ਸਦਾ ਨੇੜੇ ਦੇਖਿਆ ਹੋਏਗਾ, ਸਦਾ ਹਜ਼ੂਰ ਦੇਖਿਆ ਹੋਏਗਾ, ਫਿਰ ਸਾਨੂੰ ਹਜ਼ੂਰ ਦੇਖਣ ਦਾ ਗਿਆਨ ਦੇਗਾ। ਜੇ ਦੇਖਿਆ ਨਹੀਂ ਹੋਏਗਾ, ਫਿਰ ਸਾਨੂੰ ਜੋ ਕਰਦਾ ਉਹ ਗਿਆਨ ਦੇਗਾ। ਪਰ ਗੁਰੂ ਸਾਹਿਬਾਨ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਉਸਨੂੰ ਦੇ ਦਰਸ਼ਨ ਕਰੋ, ਉਸਨੂੰ ਇਹਨਾਂ ਅੱਖਾਂ ਦੇ ਨਾਲ ਦੇਖੋ, ਗੁਰ ਦੀ ਸੇਵਾ ਕਰਕੇ, ਗੁਰ ਦਾ ਗਿਆਨ ਲੈ ਕੇ, ਗੁਰ ਦਾ ਗਿਆਨ ਨੇਤਰਾਂ 'ਚ ਪਾ ਕੇ ਇੱਕ ਦ੍ਰਿਸ਼ਟ ਹੋ ਕੇ ਦੇਖੋ ਉਸਨੂੰ। ਉਹ ਨੇੜੇ ਵਸਦਾ ਹੈ। ਜਦੋਂ ਨੇੜੇ ਪਹਿਚਾਨ ਲਿਆ, ਜਿੱਥੇ ਵੀ ਦੇਖਾਂਗੇ ਸਾਰੇ ਪਾਸੇ ਉਸਦਾ ਹੀ ਬਸਾ ਹੈ। ਸੋ ਆਓ, ਇੱਥੇ ਚੌਥੇ ਮਹੱਲੇ ਚੌਥੇ ਦੀ ਸਮਾਪਤੀ ਹੋਈ ਹੈ ਨਟ ਰਾਗ ਦੇ ਵਿੱਚ। ਕੱਲ੍ਹ ਨੂੰ ਆਪਾਂ ਮਹੱਲੇ ਪੰਜਵੇਂ ਦੀ ਵਿਚਾਰ ਕਰਾਂਗੇ। ਸੋ ਨਾਲ ਆਪਾਂ ਇਹ ਜੁਗਤ ਜਿਹੜੀ ਤਰੀਕਾ ਹੈ ਉਸਨੂੰ ਸਮਝੀਏ ਤੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਮੰਨਦੇ ਹੋਏ ਨਿਹਾਲ ਹੋਈਏ, ਦਰਸ਼ਨ ਕਰਕੇ ਨਿਹਾਲ ਹੋਈਏ। ਕਿਉਂਕਿ ਇਹ ਮਨੁੱਖ ਦੇ ਹੀ ਕਲਯੁਗ ਦੇ ਵਿੱਚ ਸਾਨੂੰ ਪ੍ਰਾਪਤ ਹੋਈ ਹੈ, ਜਿੱਥੇ ਸਾਡੇ ਕੋਲ ਇੰਨਾ ਉੱਤਮ ਗਿਆਨ ਹੈ, ਇੰਨਾ ਸਰਲ ਗਿਆਨ ਹੈ, ਜਿਸ ਨੂੰ ਅਸੀਂ ਸਮਝ ਕੇ, ਪੜ੍ਹ ਕੇ, ਵਿਚਾਰ ਕੇ, ਸਮਝ ਕੇ, ਪਹਿਚਾਣ ਕੇ, ਕਿਉਂਕਿ ਸਾਰਿਆਂ ਦੀ ਪਹਿਚਾਣ ਹੋ ਜਾਂਦੀ ਹੈ ਇੱਥੇ। ਗੁਰਬਾਣੀ ਸਾਨੂੰ ਉਹਨਾਂ ਸੰਤਾਂ ਦੀ ਵੀ ਪਹਿਚਾਣ ਕਰਵਾ ਦਿੰਦੀ ਜਿਨ੍ਹਾਂ ਸਾਨੂੰ ਇਹ ਗਿਆਨ ਦੇਣਾ ਹੈ, ਤੇ ਗਿਆਨ ਦੁਆਰਾ ਹੀ ਸਾਨੂੰ ਪ੍ਰਭੂ ਦੀ ਪਹਿਚਾਣ ਹੋ ਜਾਂਦੀ, ਗੁਰ ਦੀ ਪਹਿਚਾਣ ਹੋ ਜਾਂਦੀ। ਸੋ ਆਓ, ਕੀ ਕਰਨਾ ਹੈ ਆਪਾਂ ਨੇ ਉਹ ਸਮਝੀਏ। ਕਿਉਂਕਿ ਕਮਾਉਣਾ ਹੈ, ਗੁਰ ਲੈਣਾ ਹੈ, ਗੁਰ ਜੁਗਤ ਹੈ, ਤੇ ਕਿ ਦਰਸ਼ਨ ਕਰਨੇ ਨੇ, ਇਸ ਕਰਕੇ ਗਿਆਨ ਨੇਤਰਾਂ 'ਚ ਹੀ ਪਾਉਣਾ ਪਏਗਾ। ਜਿਹੜੇ ਨੇਤਰ ਸਾਡੇ ਦੋ ਦ੍ਰਿਸ਼ਟ ਨੇ, ਦੋ ਨੇਤਰ ਹੋਣ ਕਰਕੇ ਮਨ ਦੋ ਦ੍ਰਿਸ਼ਟੀ 'ਚ ਹੈ, ਤੇ ਇਸ ਨੂੰ ਇੱਕ ਦ੍ਰਿਸ਼ਟ ਕਰਨਾ ਪਏਗਾ। ਨੇੜੇ ਤਾਂ ਹੀ ਦੇਖ ਸਕਦੇ ਹਾਂ ਜੇ ਅਸੀਂ ਇੱਕ ਦ੍ਰਿਸ਼ਟ ਹੋ ਜਾਵਾਂਗੇ। ਸੋ ਸਾਰਾ ਜਿਹੜਾ ਤਰੀਕਾ ਹੈ ਉਸਨੂੰ ਆਪਾਂ ਸਮਝਣਾ ਹੈ। ਕੀ ਕਰਨਾ ਹੈ? ਸਭ ਤੋਂ ਪਹਿਲਾਂ ਮਨ ਕੀ ਹੈ? ਮਨ ਕਿੱਥੇ ਹੈ? ਮਨ ਜੋਤ ਸਰੂਪ ਹੈ ਜੋ ਸਾਡੇ ਨੇਤਰਾਂ ਦੇ ਵਿੱਚ ਹੈ। ਸਾਡੇ ਦੋਨੋਂ ਹੀ ਨੇਤਰ ਜੋਤ ਸਰੂਪ ਨੇ। ਸੱਜੇ ਨੇਤਰ ਨੂੰ ਸੂਰਜ ਕਿਹਾ ਹੈ, ਖੱਬੇ ਨੂੰ ਚੰਦਰਮਾ ਕਿਹਾ ਹੈ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਦਰ ਬ੍ਰਹਮ ਅਨੂਪ। ਇਹਨਾਂ ਦੋਨਾਂ ਦੇ ਅੰਦਰ ਹੀ ਜੋਤੀ, ਜਦੋਂ ਇਹ ਜੋਤ ਪ੍ਰਗਟ ਹੋ ਜਾਂਦੀ, ਕਦੋਂ ਪ੍ਰਗਟ ਹੋ ਜਾਂਦੀ? ਜਦੋਂ ਆਪਾਂ ਦੋਨਾਂ ਨੇਤਰਾਂ ਨੂੰ ਇੱਕ ਕਰ ਲੈਂਦੇ, ਸਮ ਕਰ ਲੈਂਦੇ, ਇਹ ਸੂਰਜ ਚੰਦਰਮਾ ਦੇ ਪਾਸੇ ਸਮਾ ਜਾਂਦਾ ਤੇ ਜੋਤ ਪ੍ਰਗਟ ਹੋ ਜਾਂਦੀ ਹੈ। ਫਿਰ ਜੋਤ ਨੂੰ ਪਹਿਚਾਣ ਕੇ ਫਿਰ ਉਸ ਅਨੂਪ ਬ੍ਰਹਮ ਦੀ ਪਹਿਚਾਣ ਹੋ ਜਾਂਦੀ। ਜੋਤੀ ਅੰਦਰ ਬ੍ਰਹਮ ਅਨੂਪ, ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਦਰ ਧਰਿਆ ਪਸਾਰ। ਇਸ ਕਰਕੇ ਕਹਿੰਦੇ ਗਿਆਨੀ ਬ੍ਰਹਮ ਦੀ ਵਿਚਾਰ ਕਰ, ਗਿਆਨੀ ਕੋਲੋਂ ਸੁਣ, ਤੇ ਫਿਰ ਜੋਤ ਦੁਆਰਾ ਦੇਖ ਉਸਨੂੰ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਫਿਰ ਉਸਦਾ ਅਪਾਰ ਦਾ ਪਸਾਰਾ ਹੈ। ਸੋ ਇਸ ਤਰੀਕੇ ਨਾਲ ਆਪਾਂ ਕੀ ਕਰਨਾ ਹੈ? ਸਾਡੇ ਦੋ ਨੇਤਰ ਨੇ, ਦੋ ਦ੍ਰਿਸ਼ਟੀ ਹੈ। ਆਪਣੀ ਦ੍ਰਿਸ਼ਟੀ ਨੂੰ ਸੰਸਾਰ ਨਾਲੋਂ ਰੋਕ ਕੇ ਆਪਣੇ ਖੁਦ ਨਾਲ ਜੋੜਨਾ। ਪਹਿਲਾਂ ਆਪਣੀ ਦ੍ਰਿਸ਼ਟੀ ਨੂੰ ਆਪਣੇ ਇਸ ਪੁਆਇੰਟ ਦੇ ਉੱਤੇ, ਆਪਣੇ ਖੁਦ ਦੇ ਪੁਆਇੰਟ ਉੱਤੇ, ਕਿਉਂਕਿ ਸਾਡਾ ਇੱਕ ਆਪਣਾ ਪੁਆਇੰਟ ਹੈ। ਇਹ ਸਰੀਰ ਦਾ ਅੰਗ ਹੈ ਸਾਡਾ, ਇੱਥੇ ਸਾਨੂੰ ਸਵਾਸ ਆਉਂਦਾ, ਇਹ ਦਰ ਹੈ। ਆਪਣੀ ਦ੍ਰਿਸ਼ਟੀ ਨੂੰ ਇਸ ਦਰ ਤੇ ਆਪਾਂ ਫੋਕਸ ਕਰਨਾ ਹੈ। ਇੱਥੇ ਧਿਆਨ ਟਿਕਾਉਣਾ ਦੋਨਾਂ ਨੇਤਰਾਂ ਨੂੰ। ਇੱਥੇ ਧਿਆਨ ਲਾ ਕੇ ਆਪਾਂ ਇਹ ਦੇਖਣਾ ਹੈ ਕਿ ਇਹ ਨੱਕ ਸਾਨੂੰ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ। ਜੇ ਆਪਾਂ ਇੱਕ ਦ੍ਰਿਸ਼ਟ ਹੋਏਗਾ, ਮਨ ਇੱਕ ਦ੍ਰਿਸ਼ਟ ਹੋਵਾਂਗੇ ਅਸੀਂ, ਦੋ ਦ੍ਰਿਸ਼ਟੀ ਸਾਡੀ ਇੱਕ ਹੋਈ ਹੋਏਗੀ, ਫਿਰ ਸਾਨੂੰ ਆਪਣਾ ਨੱਕ ਨਹੀਂ ਦਿਸੇਗਾ। ਜੇ ਦੋ ਦ੍ਰਿਸ਼ਟੀ 'ਚ ਹੋਵਾਂਗੇ ਨੱਕ ਦਿਸੇਗਾ। ਫਿਰ ਜੇ ਨੱਕ ਦਿਸਦਾ ਹੈ, ਉੱਥੇ ਫਿਰ ਦੋ ਤਿੰਨ ਅਵਸਥਾ ਹੁੰਦੀਆਂ ਨੇ। ਕਿਸੇ ਦਾ ਦੋ ਦ੍ਰਿਸ਼ਟੀ 'ਚ ਕਿਸੇ ਦਾ ਧਿਆਨ ਜ਼ਿਆਦਾ ਸੱਜੇ ਹੁੰਦਾ ਹੈ,
ਉਸਨੂੰ ਸਿਰਫ ਸੱਜੇ ਪਾਸਿਓਂ ਹੀ ਨੱਕ ਨਜ਼ਰ ਆਉਂਦਾ ਹੈ। ਕਿਸੇ ਦਾ ਧਿਆਨ ਜ਼ਿਆਦਾ ਖੱਬੇ ਹੁੰਦਾ ਹੈ, ਉਸਨੂੰ ਖੱਬੇ ਪਾਸਿਓਂ ਹੀ ਨੱਕ ਨਜ਼ਰ ਆਉਂਦਾ ਹੈ। ਇਹ ਸੂਰਜ ਵਾਲਾ ਪਾਸਾ ਸੱਜਾ, ਇਹ ਚੰਦਰਮਾ ਵਾਲਾ ਖੱਬਾ। ਇੱਧਰ ਤਮੋ ਗੁਣ ਹੈ, ਇੱਧਰ ਰਜੋ ਗੁਣ ਹੈ। ਜੇ ਧਿਆਨ ਵਿਚਾਲੇ ਹੁੰਦਾ, ਨਾ ਜ਼ਿਆਦਾ ਸੱਜੇ ਨਾ ਜ਼ਿਆਦਾ ਖੱਬੇ, ਫਿਰ ਸਾਨੂੰ ਆਪਣਾ ਨੱਕ ਦੋਨੋਂ ਪਾਸੇ ਤੋਂ ਨਜ਼ਰ ਆਉਂਦਾ ਹੈ। ਇਹ ਸਤੋ ਗੁਣ ਹੈ। ਤੇ ਇੱਕ ਦ੍ਰਿਸ਼ਟ ਹੋਵਾਂਗੇ ਨੱਕ ਨਜ਼ਰ ਨਹੀਂ ਆਉਂਦਾ। ਇੰਨਾ ਆਪਾਂ ਦੇਖਣਾ ਹੁੰਦਾ ਸਭ ਜੀਵਾਂ ਨੇ। ਕੋਈ ਨਵਾਂ ਜੀਵ, ਕਿਉਂਕਿ ਨਵਾਂ ਜੀਵ ਇੱਕ ਦ੍ਰਿਸ਼ਟ ਵੀ ਹੋ ਸਕਦਾ ਹੈ। ਇੱਕ ਦ੍ਰਿਸ਼ਟ ਹੋਣਾ ਦੇਵਲੋਕ ਦਾ ਸਥਾਨ ਹੈ। ਤੇ ਇੱਥੇ ਤੱਕ ਆਪਾਂ ਚੱਲ ਸਕਦੇ, ਹੋ ਸਕਦਾ ਹੈ ਜੀ, ਪਹੁੰਚ ਸਕਦਾ ਹੈ। ਇਹਨਾਂ ਦੇਖ ਕੇ ਫਿਰ ਇਸ ਤੋਂ ਅੱਗੇ ਕੀ ਹੈ, ਗੁਰ ਹੈ। ਉਹ ਕੀ ਹੈ ਕਿ ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਕੀ ਕਰਨਾ, ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਇੱਥੋਂ ਆਪਾਂ ਪਲਕਾਂ ਉੱਤੇ ਚੁੱਕਦੇ ਹਾਂ। ਇੱਥੋਂ ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਸਾਹਮਣੇ ਦੇਖਣਾ ਹੈ। ਫਿਰ ਜਦੋਂ ਕਵਾਂਗਾ ਨੱਕ ਤੇ, ਫਿਰ ਆਪਣੇ ਨੱਕ ਤੇ ਸਮ ਕਰਕੇ ਦੇਖਣਾ ਹੈ। ਫਿਰ ਇਹ ਦੇਖਣਾ ਹੈ, ਜੇ ਨੱਕ ਦਿਸਦਾ ਸੀ, ਦੋ ਦ੍ਰਿਸ਼ਟੀ 'ਚ ਸੀ, ਸੱਜੇ ਦਿਸਦਾ ਖੱਬੇ ਦੋਨੋਂ ਪਾਸੇ, ਇਹਨਾਂ ਵਿਸ਼ਵਾਸ ਨਾਲ ਆਪਾਂ ਧਿਆਨ ਲਾਵਾਂਗੇ, ਵਾਪਸ ਆ ਕੇ ਦੇਖਾਂਗੇ, ਇੱਕ ਦ੍ਰਿਸ਼ਟ ਹੋ ਜਾਵਾਂਗੇ। ਭਾਵ ਇੱਕ ਦ੍ਰਿਸ਼ਟ ਕਿ ਸਾਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਜੇ ਆਏਗਾ ਖੱਬੇ ਪਾਸੇ ਹਲਕੀ ਜਿਹੀ ਪਰਛਾਈ, ਕਿਉਂਕਿ ਇਹ ਦ੍ਰਿਸ਼ਟੀ ਨੇ ਇਹ 'ਚ ਸਮਾ ਜਾਣਾ ਹੈ, ਇਹਨੇ ਵੀ ਇੱਥੇ ਆ ਜਾਣਾ। ਇਸ ਪਾਸੇ ਸਾਨੂੰ ਇੱਥੇ ਜੋਤ ਪ੍ਰਗਟ ਹੋ ਜਾਣੀ। ਲੈਫਟ ਸਾਈਡ ਤੋਂ ਨੱਕ ਦੇ ਖੱਬੇ ਪਾਸੇ ਸਾਨੂੰ ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਣਾ ਹੈ। ਪਹਿਲਾਂ ਥੋੜ੍ਹਾ ਧੁੰਦਲਾ ਦਿਸੇਗਾ। ਫਿਰ ਜਿਉਂ ਜਿਉਂ ਆਪਾਂ ਅਭਿਆਸ ਕਰਦੇ ਜਾਵਾਂਗੇ, ਨਿਸ਼ਕਪਟ ਹੋ ਕੇ ਕਮਾਵਾਂਗੇ, ਫਿਰ ਸਾਡੀ ਜੋਤ ਨਿਰਮਲ ਹੋ ਜਾਏਗੀ। ਫਿਰ ਸਾਨੂੰ ਆਪਣਾ ਨੱਕ ਟਰਾਂਸਪੇਰੈਂਟ ਦਿਸਣਾ ਸ਼ੁਰੂ ਹੋ ਜਾਏਗਾ। ਫਿਰ ਉੱਥੇ ਜੋਤ ਨੂੰ ਪਹਿਚਾਣ ਕੇ ਫਿਰ ਆਪਾਂ ਪਹਿਚਾਣਾਂਗੇ, ਸਾਹਮਣੇ ਸਾਰੇ ਪਾਸੇ ਦੇਖਾਂਗੇ ਕਿ ਉਹੀ ਪ੍ਰਕਾਸ਼ ਸਾਨੂੰ ਸਾਰੇ ਅਨੁਭਵ ਹੋਏਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਨਿਹਾਲ ਹੋ ਸਕਦੇ ਹਾਂ। ਸੋ ਆਓ ਸਾਰੇ ਆਪਾਂ ਆਪਣੀ ਦ੍ਰਿਸ਼ਟੀ ਨੂੰ ਨੱਕ ਤੇ ਸਮ ਕਰਕੇ ਦੇਖੀਏ। ਜੇਕਰ ਕੋਈ ਨਵਾਂ ਜੀਵ ਹੈ, ਉਸਨੇ ਧਿਆਨ ਦੇਣਾ ਹੈ, ਕਿਉਂਕਿ ਜ਼ਿਆਦਾਤਰ ਹਰ ਰੋਜ਼ ਦੀ ਕਮਾਉਣ ਵਾਲੇ ਹਨ। ਕਿਉਂਕਿ ਗਿਆਨ ਲੈ ਕੇ, ਸੁਣ ਕੇ, ਮੰਨ ਕੇ ਕਮਾਉਣਾ, ਅੰਦਰਲੇ ਬੈਠੇ ਜਿਹੜੇ ਵਿਰੋਧੀ ਨੇ ਸਾਡੇ, ਉਹ ਜੀਵ ਨੂੰ ਕਮਾਉਣ ਨਹੀਂ ਦਿੰਦੇ। ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਡਾ ਮਨ ਜਾ ਕੇ ਆਪਣੇ ਜੀਵਨ ਨੂੰ ਸਫਲ ਕਰ ਲਵੇ। ਮਨ ਦੇ ਅੰਦਰ ਹੀ ਦੁਸ਼ਮਣ ਬੈਠੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਕਿਸੇ ਨਾ ਕਿਸੇ ਤਰੀਕੇ ਜੀਵ ਨੂੰ ਰੋਕ ਲੈਂਦੇ ਨੇ ਕਿ ਤੂੰ ਇਹ ਨਾ ਕਮਾ, ਭਰਮ 'ਚ ਪਾ ਦਿੰਦੇ ਨੇ। ਇਸ ਕਰਕੇ ਉਹ ਜੀਵ ਆਪਣਾ ਜੀਵਨ ਹਾਰ ਜਾਂਦਾ ਹੈ, ਗੁਰ ਤੋਂ ਬੇਮੁਖ ਹੋ ਜਾਂਦਾ ਹੈ। ਇਸ ਕਰਕੇ ਆਪਾਂ ਕਮਾਉਂਦੇ ਰਹਿਣਾ ਹੈ, ਨਿਹਾਲ ਹੋਣਾ ਹੈ। ਸੋ ਆਓ ਸਾਰੇ ਆਪਣੀ ਦ੍ਰਿਸ਼ਟੀ ਨੱਕ ਤੇ ਸਮ ਕਰਕੇ ਦੇਖੀਏ ਕਿ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟੀ 'ਚ ਹਾਂ। ਜੇ ਦੋ ਦ੍ਰਿਸ਼ਟੀ 'ਚ ਹਾਂ, ਫਿਰ ਸੱਜੇ ਧਿਆਨ ਜ਼ਿਆਦਾ ਹੈ ਜਾਂ ਖੱਬੇ ਹੈ ਜਾਂ ਦੋਨੋਂ ਪਾਸੇ ਤੋਂ ਹੈ, ਵਿਚਾਲੇ ਧਿਆਨ ਹੈ। ਆਓ ਦੇਖੀਏ। सामने लेके आइए ध्यान, सामने देखिए। मस्तक दे सामने लै जाओ ध्यान, पलक उत्ते चुक।
फिर सामने लेके आइए, सामने देखिए। फिर नक ते सम करके देखिए। नक ते ध्यान लगा के हुण फिर देखना है। जेकर कोई नवा जीव दो दृष्टि सी, किसे नक दिसदा सी सज्जे खब्बे या दोनों पासे, उसने हुण ये देखना है कि एक दृष्ट हो गया कि नक नज़र आउणों हट गया, ਜਾਂ हल्का जिहा खब्बे पासे सानू एक परछाई जी अनुभव हो सकती है। उत्थे आपां एक दृष्ट हो जाते हाँ। नीचे लै जाइए हुण ध्यान, अपनी दृष्टि ध्यान नीचे लै जाओ। नीचे जो भी थले कपड़ा वगैरह विछया है, फर्श है, आप उस तो उत्ते देखांगे, सानू इहदे अनुभव होना शुरू होएगा कि फर्श दे उत्ते जां कपड़े दे उत्ते पानी दियां लहरां चलदियां ने। एक झिलमिल झिलमिल सानू अनुभव होनी शुरू होएगी। जिवें सरोवर दे विच जदों हवा चलदी है, पानी दियां लहरां हुंदियां ने, इहदा सानू इत्थे थल्ले ही अनुभव होना शुरू हो जाता है। फिर दृष्टि सम करके देखिए अपने आप नू। फिर दृष्टि नक ते सम करके अपने आप नू देखिए। फिर नीचे ले जाइए ध्यान, बिल्कुल लक्ष्य। फिर नीचे देखिए।
फिर दृष्टि सम करके देखिए अपने आप ਨੂੰ। फिर नीचे ले जाइए ध्यान। सामने लेके आइए ध्यान, सामने देखिए।
मस्तक दे सामने लै जाइए ध्यान, पलक उत्ते चुक फिर सामने लेके आइए ध्यान, सामने देखिए। नीचे ले जाइए ध्यान,
दृष्टि सम करके देखिए अपने आप नूं। दृष्टि सम करके नक ते खुद नूं देखिए अपने आप नूं, अपने रूप नूं। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके नाल आपां नेड़े देखण दा अभ्यास है एक दृष्ट हो के, ते आपां इस मत नूं सुन के मन के कमा के निहाल हो सकते हाँ। क्योंकि ये सारा जो आप विचार करते हाँ, ये कोई उदा नहीं, सारा प्रैक्टिकली है। इस करके कोई भी जीव जो भी इसनूं सुनेगा, मन के कमाएगा, तो निहाल हो जाएगा। उस मालिक नूं सारे पासे हर थां ते देख सकेगा, दर्शन कर सकेगा, जो प्रकाश रूप दे विच हर थां ते मौजूद है। सो इन्नी विचार करते हाँ बहुत सारिया भुलां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।